ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਚੀ ਗੁਰਬਾਣੀ ਬਖਸ਼ਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਗੁਰਕਿਰਪਾ ਦੁਆਰਾ ਕਰਾਂਗੇ। ਪਾਤਸ਼ਾਹ ਕਹਿੰਦੇ, ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖਾਂ ਦੀ ਹੀ ਗੱਲ ਪਾਤਸ਼ਾਹ ਕਰਦੇ ਆ ਰਹੇ ਹਨ ਪਿੱਛੇ ਵੀ। ਇਹ ਅਸੰਖਾਂ ਹੀ ਮੱਤਾਂ ਹਨ, ਅਸੰਖਾਂ ਹੀ ਜਪ ਨੇ, ਅਸੰਖਾਂ ਹੀ ਤਪ ਤੇ ਅਸੰਖਾਂ ਹੀ ਜੋਗੀ ਤੇ ਭਗਤ ਹਨ। ਇਹਨਾਂ ਮੱਤਾਂ ਦੇ ਧਾਰਨੀ ਉਹ ਵੀ ਆਪਣੇ ਆਪ ਨੂੰ ਭਗਤ ਹੀ ਸਦਵਾਉਂਦੇ ਨੇ। ਉਹਨਾਂ ਮੱਤਾਂ ਨੂੰ ਮੰਨਣ ਵਾਲੇ ਸੇਵਕ ਉਹਨਾਂ ਨੂੰ ਭਗਤ ਆਖਦੇ ਹਨ। ਉਸ ਵੇਲੇ ਭਗਤ ਸ਼ਬਦ ਪ੍ਰਚਲਿਤ ਸੀ, ਅੱਜ ਕੱਲ੍ਹ ਸੰਤ ਸ਼ਬਦ ਪ੍ਰਚਲਿਤ ਹੈ। ਸੋ ਹੁਣ ਵੀ ਆਖਦੇ ਹਨ, ਬਸ ਕੁਛ ਸ਼ਬਦ ਬਦਲੇ ਗਏ। ਜਿਵੇਂ ਅੱਜ ਕੱਲ੍ਹ ਆਖ ਦਿੰਦੇ ਆ ਕਿ ਜੀ ਪੂਰਨ ਬ੍ਰਹਮ ਗਿਆਨੀ ਹੈ, ਕੋਈ ਰਾਜਾ ਜੋਗੀ ਆਖ ਦਿੰਦਾ, ਕੋਈ ਵਿਦਿਆ ਮਾਰਤੰਡ ਆਖਦਾ, ਕੋਈ 1008 ਕਹਿੰਦਾ, ਕੋਈ ਸ਼੍ਰੀ 1008 ਕਹਿੰਦਾ, ਕਿਸੇ ਨੂੰ 108 ਕਹੀ ਜਾਂਦੇ ਹਨ, ਕਿਸੇ ਨਾਲ 101 ਲੱਗਦਾ ਤੇ ਪੂਰਨ ਸੰਤ ਵੀ ਲੱਗਦਾ। ਵੇਖਿਆ ਮਹਾਂਪੁਰਖ, ਮਹਾਂਪੁਰਸ਼, ਤਤ ਬੀਤੇ, ਤਤ ਗਿਆਨੀ, ਮਸ਼ੀਨਰੀ ਵਾਲੇ, ਟਕਸਾਲੀ, ਰਾਧਾ ਸੁਆਮੀ, ਨਿਰੰਕਾਰੀ, ਭੈਣੀ ਵਾਲੇ, ਨਾਨਕ ਸਰੀਏ ਇਤਿਆਦ ਬੇਅੰਤ ਸ਼ਬਦ ਅੱਜ ਵੀ ਇਸ ਸੰਸਾਰ ਦੇ ਅੰਦਰ ਪ੍ਰਚਲਿਤ ਹਨ। ਹੁਣ ਪਾਤਸ਼ਾਹ ਕਹਿੰਦੇ ਕਿ ਜਿਹੜਾ ਗੁਣਾਂ ਦੀ ਵਿਚਾਰ ਕਰਦਾ ਤੇ ਗੁਣਾਂ ਨੂੰ ਮੰਨਦਾ, ਉਸ ਨੂੰ ਭਗਤ ਕਹਿੰਦੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਕਿ ਜਿਹੜਾ ਗੁਣਾਂ ਦੀ ਵਿਚਾਰ ਕਰਦਾ ਹੈ, ਭਾਵ ਕਿ ਗੁਣ ਧਾਰਨ ਵਾਸਤੇ ਗਿਆਨ ਪ੍ਰਾਪਤ ਕਰਦਾ ਹੈ, ਗਿਆਨ ਪ੍ਰਾਪਤ ਕਰਕੇ ਗੁਣ ਧਾਰਨ ਕਰ ਲੈਂਦਾ, ਉਹ ਭਗਤ ਹੈ। ਇਹ ਗੱਲ ਠੀਕ ਹੈ, ਪਾਤਸ਼ਾਹ ਕਹਿੰਦੇ। ਪਰ ਜੇ ਹੁਣ ਇਹੀ ਗੱਲ ਵੇਖੀ ਜਾਵੇ ਸੰਸਾਰ ਦੇ ਅੰਦਰ ਵੀ, ਤੇ ਜਿਹੜੇ ਭਗਤ ਕਹਾਉਂਦੇ ਹਨ ਅੱਜ ਸੰਸਾਰ 'ਚ, ਉਹਨਾਂ ਦੇ ਜਿਹੜੇ ਸੰਗੀ ਸਾਥੀ ਹਨ ਉਹ ਵੀ ਆਖਦੇ ਹਨ ਕਿ ਸਾਡੇ ਤਾਂ ਜੀ ਸੰਤ ਜੀ ਬੜੀ ਕਮਾਈ ਵਾਲੇ ਹਨ, ਭਗਤ ਨੇ। ਚਲੋ ਅੱਜ ਕੱਲ੍ਹ ਭਗਤ ਸ਼ਬਦ ਨਹੀਂ ਪ੍ਰਚਲਿਤ, ਸੰਤ ਸ਼ਬਦ ਪ੍ਰਚਲਿਤ ਹੈ। ਜਿਵੇਂ ਪਹਿਲਾਂ ਵੀ ਸ਼ਬਦ ਆਇਆ ਵੀ ਪੂਰਨ ਸੰਤ ਨੇ ਜੀ, ਇਹ ਮਹਾਂਪੁਰਖ ਨੇ, ਮਹਾਂਪੁਰਸ਼ ਨੇ। ਇਹ ਸ਼ਬਦ ਤਕਰੀਬਨ ਸਿੱਖ ਮੱਤ ਵਿੱਚ ਜ਼ਿਆਦਾ ਪ੍ਰਚਲਿਤ ਨੇ। ਉਹ ਸੇਵਕ ਸੰਗੀ ਸਾਥੀ ਫਿਰ ਇਹ ਗੱਲ ਆਖਦੇ ਹਨ ਕਿ ਸਾਡੇ ਜੋ ਸੰਤ ਹਨ ਉਹ ਤਾਂ ਜੀ ਗੁਰਬਾਣੀ ਦੀ ਗੱਲ ਕਰਦੇ ਹਨ, ਉਹ ਗੁਰਬਾਣੀ ਤੋਂ ਤਾਂ ਬਾਹਰ ਜਾਂਦੇ ਹੀ ਨਹੀਂ। ਇਹ ਠੀਕ ਹੈ, ਭਗਤ ਉਹੀ ਹੈ ਜਿਹੜਾ ਗੁਣ ਗਿਆਨ ਵਿਚਾਰੇ। ਪਰ ਪਾਤਸ਼ਾਹ ਕਹਿੰਦੇ ਉਹਦੀ ਜਿਹੜੀ ਗਿਣਤੀ ਹੈ ਉਹ ਅਸੰਖਾਂ ਵਿੱਚ ਨਹੀਂ ਹੁੰਦੀ। ਜਿਹੜਾ ਦਰਗਾਹ ਤੋਂ ਪ੍ਰਵਾਨਿਤ ਭਗਤ ਹੈ, ਸੰਤ ਪ੍ਰਵਾਨਿਤ ਹੈ ਦਰਗਾਹ 'ਚੋਂ, ਉਹਦੀ ਗਿਣਤੀ ਲੱਖਾਂ ਵਿੱਚ ਨਹੀਂ ਹੁੰਦੀ। ਉਹ ਤਾਂ ਬਿਰਲਾ ਹੁੰਦਾ ਹੈ। ਹੁਣ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ, ਗੁਰਬਾਣੀ 'ਚ ਬਿਰਲਾ ਹੀ ਸ਼ਬਦ ਆਉਂਦਾ। ਜਗ ਮੈਂ ਉੱਤਮ ਕਾਢੀ ਹੈ ਬਿਰਲੇ ਕਈ। ਉਹ ਬਿਰਲੇ ਬਿਰਲੇ ਹੁੰਦੇ ਹੈਨ, ਬਿਰਲੇ ਨਹੀਂ ਘਣੇ, ਫੈਲ ਫੱਕੜ ਸੰਸਾਰ। ਹੁਣ ਪੰਜਾਬ ਦੇ ਅੰਦਰ ਇੰਨੇ ਜ਼ਿਆਦਾ ਸੰਤ ਨੇ, ਪਰ ਉਹਨਾਂ ਸੰਤਾਂ ਦੇ ਵਿੱਚੋਂ ਇੱਕ ਸੰਤ ਐਸਾ ਵੀ ਹੈ ਜਿਹੜਾ ਦਰਗਾਹ 'ਚੋਂ ਪ੍ਰਵਾਨਿਤ ਹੈ। ਹੁਣ ਉਹਦੀ ਪਛਾਣ ਕਰਨੀ ਬਹੁਤ ਔਖੀ ਹੈ। ਅਸੰਖਾਂ ਦੇ ਵਿੱਚੋਂ ਇੱਕ ਸ਼ੁੱਧ ਵਿਅਕਤੀ ਦੀ, ਇੱਕ ਸ਼ੁੱਧ ਜੋਤ ਦੀ ਪਰਖ ਕਰਨੀ ਸੰਸਾਰੀਆਂ ਲਈ ਬਹੁਤ ਔਖੀ ਹੈ। ਉਹਦੀ ਪਰਖ ਉਹ ਕਰ ਸਕਦਾ ਜਿਹਦੇ ਅੰਦਰ ਉਹਨੂੰ ਮਿਲਣ ਦੀ ਭੁੱਖ ਹੋਵੇ, ਜਾਂ ਉਹ ਸਵੈਮ ਆਪ ਹੋ ਜਾਓ। ਜਿਵੇਂ ਪਾਤਸ਼ਾਹ ਕਹਿੰਦੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਇਦੋਂ ਘੱਟ ਨਹੀਂ ਉਹਨੂੰ ਜਾਣਿਆ ਜਾ ਸਕਦਾ।
ਜਿਹੜੇ ਇਹ ਤੋਂ ਘੱਟ ਹੋ ਕੇ ਕਿਸੇ ਨੂੰ ਮੰਨਦੇ ਹਨ ਉਹ ਆਪਣੀ ਹੀ ਲੋੜ ਦੇ ਕਾਰਨ ਮੰਨਦੇ ਆ, ਉਹਨਾਂ ਨੂੰ ਅਸਲੀਅਤ ਨਹੀਂ ਪਤਾ। ਉਹ ਆਪਣੀਆਂ ਭਾਵਨਾਵਾਂ ਜਾਂ ਆਪਣੀ ਸ਼ਰਧਾ, ਆਪਣੀ ਲੋੜ ਦੇ ਮੁਤਾਬਕ ਉਹਨੂੰ ਮਹਾਂਪੁਰਖ ਕਹਿੰਦੇ, ਜਾਂ ਉਹਨੂੰ ਪੂਰਨ ਬ੍ਰਹਮ ਗਿਆਨੀ ਕਹਿੰਦੇ ਆ, ਜਾਂ ਸੰਤ ਕਹਿੰਦੇ ਆ। ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਬ੍ਰਹਮ ਗਿਆਨੀ ਦੇ ਨਾਲ ਪੂਰਨ ਸ਼ਬਦ ਨਹੀਂ ਲੱਗਦਾ। ਬ੍ਰਹਮ ਗਿਆਨੀ ਤਾਂ ਖੁਦ ਹੀ ਪੂਰਨ ਹੁੰਦਾ। ਪੂਰਨ ਨਾਲ ਪੂਰਨ ਥੋੜ੍ਹਾ ਲਾਇਆ ਜਾਂਦਾ। ਸੋਨਾ ਤਾਂ ਸੋਨਾ ਹੀ ਆ, ਸੋਨੇ ਨਾਲ ਸੋਨਾ ਸ਼ਬਦ ਕਿਵੇਂ ਲਾਓਗੇ ਤੁਸੀਂ? ਸੋਨਾ ਤਾਂ ਸੋਨਾ ਹੀ। ਬ੍ਰਹਮ ਗਿਆਨੀ ਤਾਂ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਨਾਲ ਪੂਰਨ ਨਹੀਂ ਲੱਗਦਾ। ਪਰ ਸਾਡੇ ਸਾਰਾ ਕੁਝ ਲੱਗਦਾ। ਸਾਡੇ ਬਾਹਰੀ ਤੌਰ ਤੇ ਸੰਤ ਸ਼ਬਦ ਪ੍ਰਚਲਿਤ ਹੈ, ਪਰ ਜਿਹੜਾ ਦਰਗਾਹ 'ਚੋਂ ਪ੍ਰਵਾਨਿਤ ਹੁੰਦਾ ਉਹਦੇ ਲਈ ਹਰ ਕਾ ਸੰਤ ਹੈ, ਕੱਲਾ ਸੰਤ ਨਹੀਂ। ਤਾਂ ਹੀ ਪਾਤਸ਼ਾਹ ਨੇ ਲਿਖਿਆ, ਓਏ ਹਰ ਕੇ ਸੰਤ ਨਾ ਆਖੀਏ, ਵੀ ਇਹ ਹਰ ਦੇ ਸੰਤ ਨਹੀਂ ਹੈਗੇ। ਬਾਨਾਰਸ ਕੇ ਠੱਗ, ਤਾਂ ਠੱਗ ਨੇ। ਹਰ ਕਾ ਸੰਤ ਜਾਂ ਹਰ ਕਾ ਭਗਤ, ਹਰ ਕਾ ਸੇਵਕ, ਇਹ ਦਰਗਾਹ 'ਚੋਂ ਪ੍ਰਵਾਨਿਤ ਹੁੰਦਾ। ਅਰੇ ਇੱਥੇ ਆ ਕੇ ਹੁੰਦਾ, ਇਹ ਨਹੀਂ ਵੀ ਦਰਗਾਹ 'ਚੋਂ ਪ੍ਰਵਾਨ ਹੋ ਕੇ ਆਉਂਦਾ। ਇੱਥੇ ਦਰਗਾਹ 'ਚੋਂ ਪ੍ਰਵਾਨ ਹੋ ਕੇ ਨਹੀਂ ਆਉਂਦਾ, ਇੱਥੇ ਆ ਕੇ ਪ੍ਰਵਾਨ ਹੁੰਦਾ। ਹਰ ਕਾ ਭਗਤ ਪ੍ਰਗਟ ਨਹਿ ਛਪੈ, ਇੱਥੇ ਆ ਕੇ ਪ੍ਰਗਟ ਹੁੰਦਾ। ਬੱਚਾ ਸਕੂਲ 'ਚ ਪੜ੍ਹਦਾ ਤਾਂ ਹੀ ਪਾਸ ਹੁੰਦਾ। ਸਕੂਲ ਤੋਂ ਬਿਨਾਂ ਬਥੇਰੇ ਬੱਚੇ ਨੇ, ਉਹਨਾਂ ਨੂੰ ਕੋਈ ਪਾਸ ਦਾ ਥੋੜ੍ਹਾ ਸਰਟੀਫਿਕੇਟ ਦਿੰਦਾ। ਇਸੇ ਤਰ੍ਹਾਂ ਹੀ ਭਗਤ ਇਸ ਭਵ ਸਾਗਰ 'ਚ ਜੋਤ ਆਉਂਦੀ ਹੈ। ਇਸ ਜੋਤ ਨੇ ਆ ਕੇ ਇਸ ਸੰਸਾਰ ਦੇ ਅੰਦਰ ਉਹ ਕੰਡੀਸ਼ਨਾਂ ਜਿਹੜੀਆਂ ਸੱਚਖੰਡ ਦੀਆਂ ਨੇ ਉਹਨਾਂ ਨੂੰ ਮੰਨਦੀ ਹੈ। ਜਦੋਂ ਉਹਨਾਂ 'ਤੇ ਪੂਰੀ ਤੁਲ ਜਾਂਦੀ ਹੈ, ਪੂਰੀ ਤਰ੍ਹਾਂ ਪਹਿਰਾ ਦਿੰਦੀ ਹੈ, ਉਹ ਪ੍ਰਗਟ ਹੋ ਜਾਂਦੀ ਹੈ। ਸੋ ਇੱਥੇ ਆ ਕੇ ਹੀ ਪ੍ਰਗਟ ਹੁੰਦਾ। ਸੋ ਬਿਰਲੇ ਹੁੰਦੇ ਨੇ ਜਿਹੜੇ ਦਰਗਾਹ 'ਚ ਹੀ ਦਰਗਾਹੀ ਪ੍ਰਵਾਨਿਤ ਹੁੰਦੇ ਨੇ, ਤੇ ਬੇਅੰਤ ਹੁੰਦੇ ਨੇ ਸੰਸਾਰੀ। ਸੋ ਬਿਰਲੇ ਸ਼ਬਦ ਵਿੱਚ ਵੀ ਭੇਦ ਹੈ। ਅਸੀਂ ਸ਼ਾਇਦ ਬਿਰਲਾ ਸ਼ਬਦ ਸਮਝਦੇ ਵੀ ਇੱਕ ਨੂੰ ਬਿਰਲਾ ਕਹਿੰਦੇ। ਬਿਰਲੇ ਦਾ ਭਾਵ ਹੁੰਦਾ ਵੀ ਉਹ ਅਵਸਥਾ ਦਾ ਮਾਲਕ, ਉਹ ਬਿਰਲਾ ਹੀ ਗਿਣਿਆ ਜਾਊਗਾ। ਜਿਵੇਂ ਕੱਚ ਦੇ ਟੁਕੜਿਆਂ ਦੇ ਵਿੱਚ ਇੱਕ ਜਾਂ 5-7 ਹੀਰੇ ਪਏ ਹੋਣ, ਉਹਨਾਂ ਹੀਰਿਆਂ ਨੂੰ ਜਦੋਂ ਅਸੀਂ ਚੱਕ ਕੇ ਵੱਖਰੇ ਕੱਢਾਂਗੇ, ਅਸੀਂ ਕਹਾਂ ਵੀ ਆਹ ਸ਼ੁੱਧ ਹੀਰੇ ਹੈ, ਆਹ ਕੱਚ ਹੈ। ਹੁਣ 5 ਜਾਂ 6 ਨੇ, ਉਹ ਸ਼ੁੱਧ ਹੀ ਗਿਣੇ ਜਾਣਗੇ ਸਾਰੇ। ਅਸੀਂ ਜਦੋਂ ਮਾਇਆ 'ਚ ਉਹਨਾਂ ਦੀ ਗਿਣਤੀ ਕਰਾਂਗੇ ਤਾਂ 1 2 3 4 5 ਕਰਾਂਗੇ, ਪਰ ਉਹ ਅਸਲ ਵਿੱਚ ਸਾਰੇ ਸ਼ੁੱਧ ਇੱਕੋ ਜਿਹੇ ਨੇ। ਜਿਹੜਾ ਮਰਜ਼ੀ ਚੱਕ ਲਓ, ਉਹਦੀ ਕੀਮਤ ਇੱਕੋ ਜਿਹੀ ਹੋਊਗੀ। ਇਸੇ ਤਰ੍ਹਾਂ ਬਿਰਲੇ ਨੇ ਵੀ ਇਸ ਸੱਚਖੰਡ ਦੇ ਅੰਦਰ, ਇਸ ਭਾਵ ਸਾਗਰ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਜੋਤਾਂ ਨੇ ਜਿਹੜੀਆਂ ਸੱਚਖੰਡ ਨੂੰ ਭਾਉਂਦੀਆਂ ਨੇ। ਪਤਾ ਨਹੀਂ ਕਿੰਨਿਆਂ ਕੁ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ। ਉਹ ਸਾਰਿਆਂ ਦੀ ਅਵਸਥਾ ਇੱਕੋ ਜਿਹੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦੀ ਵੀ ਉਸੇ ਤਰ੍ਹਾਂ ਦੀ ਅਵਸਥਾ ਸੀ, ਮਰਦਾਨਾ ਜੀ ਦੀ ਵੀ, ਬਾਬਾ ਬੁੱਢਾ ਜੀ ਦੀ ਵੀ, ਗੁਰੂ ਅੰਗਦ ਦੇਵ ਜੀ ਦੀ ਵੀ, ਭਾਈ ਲਾਲੋ ਜੀ ਦੀ। ਹੁਣ ਸਾਰਿਆਂ ਦੀ ਅਵਸਥਾ ਇੱਕੋ ਜਿਹੀ ਹੈ, ਪਰ ਜ਼ਿੰਮੇਵਾਰੀ ਇੱਕ ਨੂੰ ਮਿਲੀ ਕਿ ਤੁਸੀਂ ਬੋਲੋ। ਉਹ ਬੋਲਦੇ ਉਹੀ ਸੀਗੇ। ਬੋਲਣ ਦੀ ਜ਼ਿੰਮੇਵਾਰੀ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਨੂੰ ਦਿੱਤੀ ਵੀ ਤੁਸੀਂ ਬੋਲੋ। ਹਾਂ ਬੁਲਾਇਆ ਬੋਲਿਆ ਖਸਮ ਦਾ, ਖਸਮ ਨੇ ਕਿਹਾ ਵੀ ਤੂੰ ਬੋਲ। ਜ਼ਿੰਮੇਵਾਰੀ ਦੇਤੀ, ਖਸਮ ਦੀ ਜ਼ਿੰਮੇਵਾਰੀ ਹੈ। ਉਹ ਕਿਸੇ ਤੋਂ ਵੀ ਬੁਲਾ ਲਵੇ, ਕਿਸੇ ਤੋਂ ਨਾ ਬੁਲਾਵੇ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲਓ, ਕਿਸੇ ਤੋਂ ਵੀ ਕਰਵਾ ਸਕਦਾ ਹੈ। ਸੋ ਇਹ ਸਾਰੇ ਵਿਰਲੇ ਹੀ ਹੁੰਦੇ ਆ ਜਿਨ੍ਹਾਂ ਦੀ ਇੱਕ ਮੱਤ ਹੈ। ਧਰੂ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ, ਜਾਂ ਹੋਰ ਬੇਅੰਤ ਜਿਨ੍ਹਾਂ ਨੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ, ਉਹ ਸਾਰੇ ਵਿਰਲੇ ਹੀ ਸੀ। ਉਹ ਸਾਰੇ ਸ਼ੁੱਧ ਸਰੂਪ ਹੀ ਸੀ। ਸੋ ਅਸੰਖ ਭਗਤ ਮਾਇਆ ਦੇ ਗੁਣ ਨੇ ਜੋ ਇਹਨਾਂ ਦੀ ਵਿਚਾਰ ਕਰਦੇ ਰਹਿੰਦੇ ਨੇ। ਅਸੰਖਾਂ ਹੀ ਸੰਤ ਨੇ ਅੱਜ, ਉਹ ਵੀ ਗੁਣ ਵਿਚਾਰ ਕਰਦੇ ਆ। ਇਹ ਨਹੀਂ ਕਿ ਉਹਨਾਂ ਨੂੰ ਨਹੀਂ ਪਤਾ, ਉਹ ਵੀ ਗੁਰਬਾਣੀ ਤੋਂ ਹੀ ਆਸਰਾ ਲੈਂਦੇ ਆ, ਪਰ ਉਹਨਾਂ ਦੀ ਜਿਹੜੇ ਗੁਣ ਨੇ ਉਹ ਮਾਇਆ ਵਾਲੇ ਗੁਣ ਨੇ। ਸਵੈਮ ਆਪਣੇ ਗੁਣਾਂ ਨੂੰ ਧਾਰ ਨਹੀਂ ਕਰਦੇ। ਮਾਇਆ ਦੇ ਜਿਹੜੇ ਗੁਣ ਨੇ, ਜੋ ਇਹ ਸੰਸਾਰ 'ਚ ਕਿਵੇਂ ਚੱਲਣਾ, ਸੰਸਾਰ 'ਚ ਕਿਵੇਂ ਵਿਚਰਨਾ, ਉਹਦਾ ਜ਼ਿਆਦਾ ਖਿਆਲ ਰੱਖਦੇ ਆ। ਨਿਰਾਕਾਰ ਦੇ ਦੇਸ਼ ਵਿੱਚ ਜਾਣ ਦੀ ਗੱਲ ਨਹੀਂ ਕਰਦੇ।
ਸੋ ਅਸੰਖ ਭਗਤ ਮਾਇਆ ਦੇ ਗੁਣ ਨੇ ਜੋ ਉਹਨਾਂ ਦੀ ਵਿਚਾਰ ਕਰਦੇ ਰਹਿੰਦੇ ਹਨ। ਇਹੀ ਗਿਆਨ ਹੁੰਦਾ ਉਹਨਾਂ ਦੇ ਕੋਲ। ਜਦੋਂ ਮਰਜੀ ਉਹਨਾਂ ਦਾ ਪ੍ਰਚਾਰ ਤੁਸੀਂ ਸੁਣ ਕੇ ਦੇਖੋ, ਉਹਨਾਂ ਦੇ ਵਿੱਚ ਕੀ ਹੁੰਦਾ, ਰਜੋ ਤਮੋ ਸਤੋ, ਇਹ ਤਿੰਨ ਗੁਣ ਨੇ, ਇਹ ਮਾਇਆ ਦੇ ਨੇ। ਇੰਜ ਕਹੋ ਵੀ ਅਸਲ ਵਿੱਚ ਇਹ ਮਾਇਆ ਦੇ ਅਸਲੀ ਗੁਣ ਨੇ। ਇਹ ਛੱਡੇ ਤੇ ਨਾਮ ਦੀ ਸੋਝੀ ਆਉਂਦੀ ਹੈ। ਹੁਣ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹ ਇਹ ਤਿੰਨੇ ਗੁਣਾਂ 'ਚ ਫਸੇ ਹੋਏ, ਇਹਨੇ ਤਿੰਨੇ ਗੁਣਾਂ ਤੋਂ ਅੱਗੇ ਨਹੀਂ ਜਾ ਸਕਦੇ। ਜੇ ਤਿੰਨਾਂ ਦੇ ਵਿੱਚੋਂ ਦੋ ਗੁਣ ਬਹੁਤ ਨੇ ਜਿਹਲੇ ਛੱਡੇ ਹੋਏ ਨੇ ਸੰਸਾਰੀ ਸਾਧਾਂ ਨੇ, ਪਰ ਇੱਕ ਗੁਣ ਇਹੋ ਜਿਹਾ ਜਿਹੜਾ ਸਤੋ ਗੁਣੀ ਹੈ, ਉਹਦੇ 'ਚੋਂ ਨਿਕਲਣਾ ਬਹੁਤ ਔਖਾ ਹੈ। ਗੁਰਬਾਣੀ ਕਹਿੰਦੀ ਹੈ ਤ੍ਰੈ ਗੁਣ ਮਿਟੈ ਖਾਈਏ ਸਾਰ, ਵੀ ਇਹਨਾਂ ਤਿੰਨੇ ਗੁਣਾਂ ਨੂੰ ਛੱਡਣਾ ਪਊਗਾ। ਜਦੋਂ ਇਹ ਤਿੰਨ ਗੁਣ ਮਾਇਆ ਵਾਲੇ ਛੱਡੇ ਜਾਂਦੇ ਆ, ਫਿਰ ਜਿਹੜਾ ਸਾਰ ਹੈ, ਨਾਮ ਤੱਤ ਹੈ, ਉਹਦੀ ਪ੍ਰਾਪਤੀ ਹੁੰਦੀ ਹੈ। ਉਹ ਜਿਹੜਾ ਤੱਤ ਹੈ ਉਹ ਬਣਾਉਂਦਾ ਹਰ ਕਾ ਸੰਤ, ਉਹ ਬਣਾਉਂਦਾ ਹਰ ਕਾ ਭਗਤ, ਉਹ ਬਣਾਉਂਦਾ ਹਰ ਕਾ ਸੇਵਕ। ਇਹ ਦੋ ਘੱਟ ਨਹੀਂ ਬਣ ਸਕਦਾ, ਭਾਵੇਂ ਅਸੀਂ ਆਪਣੇ ਆਪ ਨੂੰ ਜਿਵੇਂ ਮਰਜ਼ੀ ਮੰਨੀ ਚੱਲੀਏ। ਸਾਡੀ ਸ਼ਰਧਾ ਭਾਵਨਾ ਕਿਸੇ ਕੰਮ ਨਹੀਂ ਆਉਂਦੀ, ਹੁਕਮ ਕੰਮ ਆਉਂਦਾ। ਕਿ ਹੁਕਮ ਕਿਹਨੂੰ ਪ੍ਰਵਾਨ ਕਰਦਾ ਹੈ? ਹੁਕਮ ਮੰਨਿਆ ਹੋਵੇ ਪ੍ਰਵਾਨ ਹੈ। ਜਿਹਨੇ ਹੁਕਮ ਮੰਨਿਆ ਉਹਦੀ ਪ੍ਰਵਾਨਤਾ ਹੈ। ਨਹੀਂ ਤਾਂ ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਵੀ ਸਾਡੀ ਸ਼ਰਧਾ, ਅਸੀਂ ਵੀ ਨਾਮ ਜਪਦੇ ਹਾਂ, ਅਸੀਂ ਵੀ ਭਗਤੀ ਕਰਦੇ ਹਾਂ। ਘਾਟ ਨਾ ਕਿ ਨਹੀਂ ਕਹਾਇਆ, ਕੋਈ ਵੀ ਘੱਟ ਨਹੀਂ ਕਹਾ। ਪਰ ਪਤਾ ਉੱਥੇ ਲੱਗਦਾ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਪੈ ਜਾਏ। ਬਾਦਸ਼ਾਹ ਕਹਿੰਦੇ ਉੱਥੇ ਜਾਣਿਆ ਜਾਂਦਾ ਸਾਰਾ ਕੁਛ। ਪੇਪਰ 'ਚ ਤਾਂ ਸਾਰੇ ਬੱਚੇ ਕਹਿੰਦੇ ਵੀ ਚੱਕ ਤੇ ਫੱਟਿਆ, ਪੂਰਾ ਸਾਰਾ ਹੀ ਲਿਖਿਆ ਹੁੰਦਾ, ਕੋਈ ਸਵਾਲ ਨਹੀਂ ਛੱਡਿਆ। ਪਰ ਪਤਾ ਤਾਂ ਉਦੋਂ ਲੱਗਣਾ ਜਦੋਂ ਰਿਜ਼ਲਟ ਆਉਣਾ, ਕਿ ਪਾਸ ਕਿ ਫੇਲ। ਸੋ ਨਾਮ ਦੀ ਸੋਝੀ ਉਦੋਂ ਆਉਂਦੀ ਹੈ ਜਦੋਂ ਮਾਇਆ ਦੇ ਤਿੰਨ ਗੁਣ ਛੱਡੇ ਜਾਂਦੇ। ਇਹ ਸਾਰਾ ਕੁਝ ਪਾਤਸ਼ਾਹ ਨੇ ਗੁਰਬਾਣੀ ਵਿੱਚ ਲਿਖਿਆ ਹੋਇਆ। ਇਹਨਾਂ ਅਸੰਖਾਂ ਭਗਤਾਂ ਦੇ ਅੰਦਰ ਰਜੋ ਗੁਣ ਆਪਣੀ ਹੋਂਦ ਇੱਥੇ ਰੱਖਣੀ। ਉਹਦੇ ਵਿੱਚ ਸਾਰੇ ਹੀ ਆਉਂਦੇ ਆ ਸੰਸਾਰੀ। ਇਹ ਮੇਰੇ ਮਨਾਂ ਤੂੰ ਵੀ ਇਹਨਾਂ 'ਚ ਹੀ ਆਉਣਾ ਕਿ ਤੇਰੇ ਅੰਦਰ ਰਜੋ ਗੁਣ ਹੈ, ਆਪਣੀ ਹੋਂਦ ਇੱਥੇ ਰੱਖਣੀ, ਤੇ ਨਾਲੇ ਪ੍ਰਚਾਰ ਵੀ ਕਰੀ ਜਾਣਾ ਕਿ ਸਾਡਾ ਤਾਂ ਇੱਥੇ ਕੁਛ ਵੀ ਨਹੀਂ ਭਾਈ, ਇੱਥੋਂ ਨਾਲ ਕੁਛ ਨਹੀਂ ਲੈ ਕੇ ਜਾਣਾ, ਸਾਰਾ ਕੁਝ ਇੱਥੇ ਛੱਡ ਕੇ ਚਲੇ ਜਾਣਾ, ਪਰ ਪਕੜ ਵੀ ਇੱਥੇ ਰੱਖਣੀ ਹੈ। ਛੱਡਣਾ ਵੀ ਕੁਛ ਨਹੀਂ ਸੰਸਾਰ ਦਾ, ਤੇ ਮੂੰਹੋਂ ਕਹੀ ਵੀ ਜਾਣਾ। ਇਹ ਹੈ ਰਜੋ ਗੁਣ। ਰਾਜ ਸਤਾ ਵਾਲੇ ਸੁੱਖ ਭੋਗਣੇ, ਤੇ ਜਦੋਂ ਕੁਝ ਛੱਡਣਾ ਪੈ ਜਾਵੇ ਸੰਸਾਰੀ, ਫਿਰ ਤਕਲੀਫ ਹੋਣੀ। ਇਹ ਰਜੋ ਗੁਣ ਹੈ। ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਤੇ ਮੁੱਖੋਂ ਪ੍ਰਚਾਰ ਕਰਨਾ, ਜਿਹਨੂੰ ਗੁਰਬਾਣੀ ਕਹਿੰਦੀ ਹੈ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ। ਪਕੜ ਨਹੀਂ ਰੱਖੀ ਗੁਰਮੁਖਾਂ ਨੇ। ਦੂਜੇ ਪਾਤਸ਼ਾਹ ਨੂੰ ਇੱਕ ਵਾਰੀ ਉਹਨਾਂ ਨੇ ਕਿਹਾ ਵੀ ਪਿੰਡ ਛੱਡਣਾ ਪਊਗਾ, ਉਹ ਤਪੇ ਦੇ ਕਹੇ ਤੇ। ਆਪਣਾ ਘਰ ਸੀ ਉਹਨਾਂ ਦਾ, ਕਹਿੰਦੇ ਠੀਕ ਹੈ ਛੱਡ ਦਿਓ। ਉਹ ਤਪੇ ਦੀ ਗੱਲ ਨਹੀਂ ਸੀ ਮੰਨੀ, ਗੱਲ ਪਰਮੇਸ਼ਰ ਦੀ ਮੰਨੀ ਸੀ, ਕਿਉਂਕਿ ਪਿੱਛੇ ਪਰਮੇਸ਼ਰ ਸੀ, ਉਹਨਾਂ ਨੂੰ ਤਾਂ ਦੀਂਦਾ ਸੀ, ਸਾਨੂੰ ਤਪਾ ਦੀਂਦਾ। ਪਰ ਦੂਸਰੇ ਪਾਤਸ਼ਾਹ ਨੂੰ ਹੁਕਮ ਦੀਂਦਾ ਸੀ ਵਰਤ ਦਾ। ਹੁਕਮ ਮੰਨਣਾ ਕੋਈ ਸੌਖੀ ਖੇਡ ਨਹੀਂ ਹੈ। ਪਹਿਲੀ ਗੱਲ ਤਾਂ ਹੁਕਮ ਬੁੱਝਣਾ ਹੀ ਬਹੁਤ ਔਖਾ ਹੈ, ਮੰਨਣਾ ਤਾਂ ਬਾਅਦ ਦੀ ਗੱਲ ਹੈ। ਪੰਜਵੇਂ ਪਾਤਸ਼ਾਹ ਛੱਡਿਆ ਅੰਮ੍ਰਿਤਸਰ, ਮੁੜ ਕੇ ਨਹੀਂ ਗਏ, ਕੋਈ ਪਕੜ ਨਹੀਂ ਰੱਖੀ। ਉਹ ਕਹਿੰਦੇ ਛੱਡਤਾ ਤਾਂ ਛੱਡਤਾ। ਦਸਵੇਂ ਪਾਤਸ਼ਾਹ ਨੇ ਛੱਡਿਆ ਆਨੰਦਪੁਰ ਸਾਹਿਬ, ਪਿੱਛੇ ਨਹੀਂ ਗਏ, ਅੱਗੇ ਵੱਧਦੇ, ਕਿਉਂਕਿ ਹੁਕਮ ਵਰਤ ਰਿਹਾ, ਹੁਕਮ ਨੂੰ ਵੇਖ ਰਹੇ ਹੈ। ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ, ਕਹਿੰਦੀ ਤੇਰੀ ਸਹਾਇਤਾ ਨਾਲ ਸਾਰਾ ਕੁਝ ਹੋ ਰਿਹਾ। ਪਰ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹ ਸਾਡੇ ਲਈ ਬੜੇ ਚੰਗੇ ਆ, ਪਰ ਸੱਚਖੰਡ ਦੀ ਦ੍ਰਿਸ਼ਟੀ ਤੋਂ ਨਹੀਂ ਹੈ। ਹੇ ਮੇਰੇ ਮਨਾ, ਇਹ ਗੱਲਾਂ ਤੇਰੇ ਕੰਮ ਦੀਆਂ ਨੇ, ਤੈਂ ਬਚਣਾ ਇਹਨਾਂ ਚੀਜ਼ਾਂ ਤੋਂ। ਰਜੋ ਗੁਣ ਤੂੰ ਨਹੀਂ ਧਾਰਨ ਕਰਨਾ, ਆਪਣੀ ਹੋਂਦ ਨਹੀਂ ਰੱਖਣੀ, ਸਾਰਾ ਕੁਝ ਮਾਲਕ ਦਾ ਮੰਨ ਕੇ ਚੱਲਣਾ।
ਤੂੰ ਸਿਰਫ ਇੱਕ ਨੌਕਰ ਹੈ, ਤੇਰਾ ਇੱਥੇ ਕੁਛ ਵੀ ਨਹੀਂ ਹੈ। ਜਿੰਨਾ ਚਿਰ ਸਰੀਰ ਹੈ ਉਨਾ ਚਿਰ ਵਰਤ, ਪਰ ਜਦੋਂ ਛੱਡ ਕੇ ਜਾਣਾ ਤਾਂ ਛੱਡ ਕੇ ਹੀ ਜਾਣਾ। ਸੋ ਸੰਸਾਰੀ ਨੇ ਜਿਹੜੇ ਉਹ ਇਹ ਚੀਜ਼ ਨਾਲ ਜੁੜੇ ਵੀ ਰਹਿੰਦੇ ਆ, ਪ੍ਰਚਾਰ ਵੀ ਕਰੀ ਜਾਂਦੇ ਆ ਕਿ ਸਾਡਾ ਕੁਝ ਨਹੀਂ ਜੀ, ਪਰ ਬਦਲਵੇਂ ਰੂਪ ਵਿੱਚ ਉਹ ਜੁੜੇ ਵੀ ਰਹਿੰਦੇ। ਸੋ ਨਿਕਟ ਵਰਤੀਆਂ ਨਾਲ ਉਹਨਾਂ ਗੱਲਾਂ ਦੀ ਸਾਂਝ ਰੱਖਣੀ, ਆਮ ਲੋਕਾਂ 'ਚ ਗੱਲ ਹੋਰ ਕਰੀ ਜਾਣੀ, ਅੰਦਰ ਆਪਣੇ ਜਿਹੜੇ ਨਿੱਜੀ ਲੋਕ ਨੇ ਉਹਨਾਂ ਨਾਲ ਗੱਲ ਕੁਛ ਹੋਰ ਕਰਨੀ। ਉਸ ਤੋਂ ਅੱਗੇ ਦੂਜਾ ਆ ਜਾਂਦਾ ਤਮੋ ਗੁਣ, ਇਹ ਮਾਇਆ ਦੇ ਉਲਟ ਪ੍ਰਚਾਰ ਕਰਨਾ, ਪਰ ਆਪ ਰੱਜ ਕੇ ਵਰਤਣੀ ਵੀ, ਆਪਣੀ ਮੱਤ ਦਾ ਬਣਾ ਕੇ ਗੁਰਬਾਣੀ ਦੇ ਪ੍ਰਮਾਣ ਦੇਖ ਕੇ ਲੋਕਾਂ ਦੇ ਵਿੱਚ ਭੈ ਪਾਈ ਰੱਖਣਾ। ਮੱਤ ਆਪਣੀ ਵਰਤ ਲੈਣੀ ਹੈ, ਪੰਕਤੀਆਂ ਗੁਰਬਾਣੀ ਦੀਆਂ ਵਰਤਣੀਆਂ। ਦੇਖੋ ਜੀ, ਗੁਰੂ ਸਾਹਿਬ ਐਂ ਕਹਿੰਦੇ, ਭੈ ਲੋਕਾਂ ਨੂੰ ਦੇਣਾ ਹੈ, ਕਾਹਦੇ ਵਾਸਤੇ? ਆਪਣੀ ਜ਼ਿੰਦਗੀ ਨੂੰ ਸੁਖੀ ਤਰੀਕੇ ਨਾਲ ਬਤੀਤ ਕਰਨ ਵਾਸਤੇ। ਲੋਕਾਂ ਨੂੰ ਭੈ ਮੁਕਤ ਨਹੀਂ ਕੀਤਾ, ਭੈ ਦਿੱਤਾ। ਜਦ ਕਿ ਗੁਰਬਾਣੀ ਕਹਿੰਦੀ ਹੈ ਭੈ ਕਾਹੂ ਕੋ ਦੇਤ ਨਹਿ ਭੈ ਮਾਨਤਾ, ਵੀ ਕਿਸੇ ਨੂੰ ਭੈ ਕਿਉਂ ਦਿੰਦੇ ਹੋ ਤੁਸੀਂ? ਜੇ ਪਾਤਸ਼ਾਹ ਨੇ ਗੱਲ ਲਿਖੀ ਹੈ, ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਮਾਲਿਆ, ਇਹ ਭੈ ਨਹੀਂ ਦਿੱਤਾ ਗਿਆ। ਇਹਨੂੰ ਸੱਚ ਦੱਸਿਆ ਕਿ ਭਾਈ ਆਏ ਹੁੰਦਾ, ਕੁਛ ਵੀ ਪਾਣਾ ਵਰਤਣਾ, ਤੂੰ ਪਹਿਲਾਂ ਹੀ ਤਿਆਰ ਹੋ ਕੇ ਚੱਲ, ਤੂੰ ਝੂਠ ਬੋਲ ਹੀ ਨਾ। ਜਦੋਂ ਤੂੰ ਝੂਠ ਬੋਲਣਾ ਹੀ ਤਾਂ ਫਿਰ ਸੱਚ ਤਾਂ ਸੱਚ ਹੀ ਹੈ, ਫਿਰ ਤੈਨੂੰ ਕਾਹਦਾ ਡਰ ਹੈ? ਸੋ ਡਰ ਹੈ ਜੇ ਪਾਪ ਕਮਾਉਣ ਦਾ, ਧਰਮੀ ਬਖਸ਼ੇ। ਡਰੇ ਤਾਂ ਉਹ ਜਿਹੜਾ ਉਹਦੇ ਭਾਣੇ 'ਚੋਂ ਬਾਹਰ ਜਾਵੇ, ਤੂੰ ਉਹਦੀ ਰਜਾ 'ਚ ਰਹਿ, ਉਹਦੇ ਭਾਣੇ 'ਚ ਰਹਿ। ਮੈਂ ਤੈਨੂੰ ਦਿਖਾ ਦੇਣਾ, ਜਿਹੜੇ ਧਰਮੀ ਨੇ ਉਹ ਤਾਂ ਸਦਾ ਹੀ ਪ੍ਰਸੰਨ ਰਹਿੰਦੇ, ਜਿਹੜੇ ਹੁਕਮੀ ਨੇ। ਧਰਮ ਕੀ ਹੈ? ਸੱਚ ਤੇ ਪਹਿਰਾ ਦੇਣਾ। ਸੋ ਆਮ ਲੋਕਾਂ ਤੋਂ ਆਪਣੇ ਆਪ ਨੂੰ ਵੱਖਰਾ ਸਮਝਦੇ ਤੇ ਲੋਕਾਂ ਨੂੰ ਫਿਰ ਭੈ ਦਿੰਦੇ ਰਹਿੰਦੇ। ਤੇ ਗੁਰਬਾਣੀ ਦੇ ਬਚਨਾਂ ਨੂੰ ਆਪਣੇ ਬਚਨ ਸਮਝ ਕੇ ਆਖੀ ਜਾਂਦੇ ਤੇ ਭੈ ਵਿੱਚ ਰੱਖਦੇ ਨੇ, ਅਸਲ ਅਰਥਾਂ ਨੂੰ ਅਨਰਥ ਬਣਾ ਦਿੰਦੇ ਆ ਕਿ ਆਹ ਹੋ ਜਾਵੇਗਾ ਜੇ ਤੁਸੀਂ ਇਸ ਤਰ੍ਹਾਂ ਕੀਤਾ, ਇੰਜ ਹੋ ਜਾਵੇਗਾ ਆਦਿ। ਜਦ ਕਿ ਗੁਰਬਾਣੀ ਸਾਨੂੰ ਭੈ ਤੋਂ ਮੁਕਤ ਕਰਦੀ ਹੈ ਕਿ ਨਿਰਭਉ ਹੋਏ ਭਜੋ ਭਗਵਾਨ, ਵੀ ਤੁਸੀਂ ਨਿਰਭਉ ਹੋਵੋ, ਫੇਰ ਹੀ ਤੁਸੀਂ ਆਪਣੇ ਮੂਲ ਨਾਲ ਜੁੜੋਗੇ। ਜੇ ਹੁਣ ਅਸੀਂ ਤੁਹਾਨੂੰ ਪਹਿਲਾਂ ਹੀ ਭੈ 'ਚ ਦੇਤਾ, ਤੁਸੀਂ ਅੱਗੇ ਥੋੜ੍ਹੋ ਵਧਣਾ। ਜੇ ਪਹਿਲਾਂ ਹੀ ਕਹਿਤਾ ਵੀ ਰਸਤੇ 'ਚ ਬਹੁਤ ਵੱਡਾ ਸੱਪ ਰਹਿੰਦਾ, ਵੀ ਉਹ ਤਾਂ ਰਸਤਾ ਘੇਰ ਲੈਂਦਾ ਹੈ, ਉਹ ਸਾਹ ਪੀ ਜਾਂਦਾ, ਤੇ ਬੰਦਾ ਅੱਗੇ ਕਿੱਥੇ ਵੱਧ ਜਾਊਗਾ? ਸਾਨੂੰ ਵੀ ਬੜੇ ਤਰੀਕਿਆਂ ਦਾ ਨਾਲ ਇਸ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਇਹ ਭੈ ਦਿੰਦੇ ਰਹਿੰਦੇ, ਤੇ ਸਾਡਾ ਜਿਹੜਾ ਦਿਮਾਗ ਹੈ ਉਹਨਾਂ ਚੀਜ਼ਾਂ ਨੂੰ ਮੰਨਦਾ, ਕਿਉਂਕਿ ਅਸੀਂ ਉਹਨਾਂ ਬੰਦਿਆਂ ਨੂੰ ਆਪਣੇ ਨਾਲੋਂ ਚੰਗੇ ਸਮਝਦੇ ਹਾਂ ਵੀ ਇਹ ਤਾਂ ਬਹੁਤ ਗਿਆਨ ਰੱਖਦੇ ਆ, ਇਹਨਾਂ ਨੂੰ ਤਾਂ ਸਾਰਾ ਹੀ ਪਤਾ, ਇਹ ਤਾਂ ਅੰਤਰਜਾਮੀ ਨੇ ਜੀ, ਇਹ ਫਲਾਨਾ ਜੀ, ਇਹ ਤਿਮਕਾ ਜੀ ਹੈ। ਪਰ ਉਹ ਸਾਡੀਆਂ ਭਾਵਨਾਵਾਂ ਦਾ ਨਜਾਇਜ਼ ਫਾਇਦਾ ਉਠਾ ਲੈਂਦੇ। ਪਰ ਗੁਰਮੁਖ ਨਹੀਂ ਇਸ ਤਰ੍ਹਾਂ ਦਾ। ਗੁਰਮੁਖ ਸਾਰਾ ਕੁਝ ਸੱਚ ਦੱਸਦਾ ਹੈ ਕਿ ਆ ਪਿਆ ਭਾਈ ਤੁਹਾਡੇ ਸਾਹਮਣੇ, ਤੁਹਾਡੀ ਮਰਜ਼ੀ ਇਹਨੂੰ ਵਰਤਣਾ ਜਾਂ ਨਹੀਂ ਵਰਤਣਾ, ਫੈਸਲਾ ਤੁਸੀਂ ਕਰਨਾ। ਅਸੀਂ ਕੋਈ ਤੁਹਾਨੂੰ ਫੈਸਲਾ ਨਹੀਂ ਦੇਣਾ ਵੀ ਤੁਸੀਂ ਐਂ ਕਰੋ। ਗੁਰਬਾਣੀ 'ਚ ਇੱਕ ਥਾਂ 'ਤੇ ਵੀ ਫੈਸਲਾ ਨਹੀਂ ਦਿੱਤਾ ਵੀ ਐਂ ਕਰੋ। ਗੁਰਬਾਣੀ ਨੇ ਸਾਡੇ 'ਤੇ ਮਰਜ਼ੀ ਰੱਖੀ ਹੈ ਵੀ ਤੁਸੀਂ ਦੇਖ ਲਓ ਭਾਈ, ਤੁਹਾਨੂੰ ਆਹ ਰਸਤਾ ਠੀਕ ਲੱਗਦਾ ਚਲੇ ਜਾਓ, ਨਹੀਂ ਚੰਗਾ ਲੱਗਦਾ ਨਾ ਜਾਓ। ਅਸੀਂ ਤੁਹਾਨੂੰ ਦੱਸਤਾ ਕਿ ਮੰਨੇ ਕੀ ਗਤ ਕਹੀ ਨਾ ਜਾਏ, ਵੀ ਜਿਹਨੇ ਮੰਨ ਲਿਆ ਉਹਦੀ ਗਤੀ ਕਹੀ ਨਹੀਂ ਜਾ ਸਕਦੀ। ਹੁਣ ਮੰਨੋਗੇ ਤੁਹਾਨੂੰ ਪਤਾ ਲੱਗ ਜੂਗਾ। ਮੰਨੈ ਮਾਰਗ ਠਾਕ ਨਾ ਪਾਏ, ਜਿਹੜਾ ਇਸ ਗੱਲ ਨੂੰ ਜਿਹੜੀ ਅਸੀਂ ਤੁਹਾਨੂੰ ਕਹਿੰਦੇ, ਜੇ ਤੁਸੀਂ ਮੰਨ ਲਓਗੇ ਤੁਹਾਨੂੰ ਕੋਈ ਡਿੱਕਾ ਨਹੀਂ ਪੈ ਸਕਦਾ। ਇਹ ਤਾਂ ਹੁਣ ਤੁਸੀਂ ਮੰਨ ਕੇ ਦੇਖੋਗੇ ਤਾਂ ਹੀ ਪਤਾ ਲੱਗੂ ਨਾ। ਪਰਖ ਹੈ ਗੁਰ ਕੀ ਬਾਤ ਖਰੀ ਹੈ ਮੇਰੇ ਮਨਾ, ਗੁਰਬਾਣੀ ਨੂੰ ਪਰਖ ਕੇ ਦੇਖ ਕਿ ਵਾਕਈ ਸਹੀ ਲਿਖਿਆ ਹੈ, ਫਿਰ ਪਤਾ ਤਾਂ ਲੱਗੂ ਜੇ ਮੰਨੇਗਾ। ਪਰ ਮੰਨਣੀ ਤਾਂ ਤੂੰ ਹੈ ਨਹੀਂ ਗੁਰਬਾਣੀ ਦੀ ਗੱਲ, ਫਿਰ ਤੂੰ ਭਰਮ 'ਚ ਹੀ ਰਹੇਗਾ। ਉਸ ਤੋਂ ਅੱਗੇ ਤੀਜਾ ਜਿਹੜਾ ਗੁਣ ਹੈ ਸੰਸਾਰੀ ਕੈਟਾਗਰੀ ਦੇ ਵਿੱਚ ਆਉਂਦਾ, ਸਤੋ ਗੁਣ, ਕਿ ਹਰ ਵੇਲੇ ਸ਼ਾਂਤ ਸੁਭਾਅ ਰੱਖਣਾ, ਮਿੱਠਾ ਬੋਲਣਾ, ਨਿਮਰਤਾ ਰੱਖਣੀ, ਰੱਬ ਦੀਆਂ ਗੱਲਾਂ ਕਰਦੇ ਰਹਿਣਾ। ਆਮ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਬਹੁਤ ਪ੍ਰਭਾਵ ਪੈਂਦਾ।
ਕਿਨੇ ਉਹਨਾਂ ਦੀ ਬੜੀ ਨਿਮਰਤਾ ਹੈ ਜੀ, ਉਹ ਤਾਂ ਜਦੋਂ ਸ਼ਬਦ ਪੜ੍ਹਦੇ ਅੱਖਾਂ ਖੋਲ੍ਹਦੇ ਹੀ ਨਹੀਂ ਜੀ, ਬਸ ਅੱਖਾਂ ਹੀ ਬੰਦ ਕਰਕੇ ਸੁਣਾਈ ਜਾਂਦੇ, ਨਾ ਉਹ ਵਾਲਾ ਦਲਾ ਝਾਕਦੇ ਆ। ਜਦੋਂ ਵੀ ਮਰਜ਼ੀ ਚਲੇ ਜਾਓ, ਉਹ ਤਾਂ ਰੱਬ ਦੀਆਂ ਗੱਲਾਂ ਕਰਦੇ ਰਹਿੰਦੇ ਆ। ਉਹ ਸਭ ਨੂੰ ਬੜਾ ਪਿਆਰ ਕਰਦੇ ਆ। ਤਕਰੀਬਨ ਅਸੀਂ ਇਹਨਾਂ ਗੱਲਾਂ ਦੇ ਵਿੱਚ ਹੀ ਪ੍ਰਭਾਵਿਤ ਹੋ ਜਾਂਦੇ ਆ। ਸੋ ਪਾਤਸ਼ਾਹ ਨੇ ਵੀ ਆਖਿਆ, ਕਹਿੰਦੇ ਜਿਹੜੀ ਸਤੋ ਗੁਣ ਦੀ ਖਾਈ ਹੈ, ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਰਜੋ ਤੇ ਤਮੋ ਦੇ ਵਿੱਚੋਂ ਆਮ ਨਿਕਲ ਜਾਂਦੇ ਆ, ਪਰ ਜਿਹੜੇ ਸਤੋ ਗੁਣੀ ਦੀ ਜਿਹੜੀ ਖਾਈ ਹੈ, ਇਹ ਜਿਹੜਾ ਸਤੋ ਗੁਣੀ ਗੁਣ ਹੈ, ਇਹ ਬਹੁਤ ਔਖਾ ਹੈ। ਕਿਉਂਕਿ ਇਹਦੇ ਵਿੱਚ ਜਿਹੜੇ ਸੰਗੀ ਸਾਥੀ ਹੁੰਦੇ ਆ, ਉਹ ਉਸ ਬੰਦੇ ਨੂੰ ਰੱਬ ਨਾਲ ਤੁਲਨਾ ਕਰਨ ਲੱਗ ਜਾਂਦੇ ਕਿ ਤੁਸੀਂ ਹੀ ਰੱਬ ਹੋ, ਬਸ ਹੋਰ ਨਹੀਂ ਕੋਈ ਰੱਬ ਹੈ। ਜੇ ਰੱਬ ਦੇ ਦਰਸ਼ਨ ਕਰਨੇ ਆ, ਬਸ ਤੁਹਾਡੇ ਦਰਸ਼ਨ ਹੋ ਗਏ ਤੇ ਰੱਬ ਦੇ ਦਰਸ਼ਨ ਹੋ ਗਏ ਜੀ, ਇੱਕੋ ਹੀ ਰੱਬ ਹੈ। ਤੇ ਹੋਰ ਪਤਾ ਨਹੀਂ ਕਿਹੋ ਜਿਹੀਆਂ ਉਪਾਧੀਆਂ ਦੇਣ ਲੱਗ ਜਾਂਦੇ ਆਪਣੀਆਂ ਲੋੜਾਂ ਵਾਸਤੇ। ਸ਼ਾਇਦ 10ਵੇਂ ਪਾਤਸ਼ਾਹ ਨੂੰ ਵੀ ਇਹ ਗੱਲ ਕਿਸੇ ਨੇ ਆਖੀ ਹੋਊਗੀ, ਤਾਂ ਹੀ ਉਹਨਾਂ ਨੇ ਗੁਰਬਾਣੀ 'ਚ ਪੰਕਤੀ ਲਿਖੀ ਵੀ ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੇ ਪਰੈ, ਮੋਕੋ ਦਾਸ ਤਵਨ ਕਾ ਜਾਨੋ ਤਾਂ ਮੈਂ ਰੇ ਭੇਦ ਨ ਰੰਚ ਪਛਾ। ਵੀ ਮੈਨੂੰ ਦਾਸ ਮੰਨਿਓ, ਐਵੇਂ ਨਹੀਂ ਲਿਖਿਆ। ਸੋ ਮੁਖ ਜੜੋ ਜੇ ਕਹੇ ਠਾਕਰ ਜੋਨੀ ਆਵੈ, ਗੁਰਬਾਣੀ ਕਹਿੰਦੀ ਹੈ। ਕਹਿੰਦੇ ਉਹ ਮੂੰਹ ਸੜ ਜਾਣਾ ਚਾਹੀਦਾ ਜੇ ਕਿਸੇ ਬੰਦੇ ਨੂੰ ਕੋਈ ਕਹੇ ਵੀ ਉਹ ਜੂਨੀ 'ਚ ਆ ਗਿਆ, ਸਰੀਰ ਧਾਰ ਕੇ ਰੱਬ ਆ ਗਿਆ। ਰੱਬ ਸਰੀਰ ਕਿਵੇਂ ਧਾਰੂਗਾ? ਰੱਬ ਤਾਂ ਸਾਡੇ ਹਿਰਦੇ 'ਚ ਹੈ, ਸਰੀਰ ਤਾਂ ਹੁਣ ਵੀ ਨਹੀਂ ਧਾਰਿਆ ਹੋਇਆ। ਪਰ ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਤੇ ਦੂਜਿਆਂ ਨੂੰ ਕੱਢਣਾ ਵੀ ਬਹੁਤ ਔਖਾ। ਇਹੀ ਮੁਸ਼ਕਲ ਪਾਤਸ਼ਾਹੀਆਂ ਕੋਲ ਵੀ ਆਉਂਦੀ ਹੈ, ਭਗਤਾਂ ਦੇ ਕੋਲ ਵੀ ਆਉਂਦੀ ਹੈ। ਸਤੋ ਗੁਣੀ 'ਚੋਂ ਕੱਢਣ ਵਾਸਤੇ ਬਹੁਤ ਔਖਾ, ਕਿਉਂਕਿ ਉਹ ਜਿਹਾ ਕੋਈ ਸ਼ਬਦ ਹੀ ਨਹੀਂ ਲੱਭਦਾ ਹੈਗਾ ਜਿਹੜਾ ਉਹਨਾਂ ਨੂੰ ਕੱਢਿਆ ਜਾਵੇ। ਸੋ ਮਾਇਆ 'ਚ ਗਰਸੇ ਹੋਏ ਲੋਕ ਇਹਨਾਂ ਸਤੋ ਗੁਣੀ ਲੋਕਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਵਾਜਣ ਲੱਗ ਜਾਂਦੇ ਹਨ ਕਿ ਹੌਲੀ ਹੌਲੀ ਇਹਨਾਂ ਸਤੋ ਗੁਣੀ ਪੁਰਸ਼ਾਂ ਨੂੰ ਭਰਮ ਦਾ ਜਾਲ ਫੇਰ ਘੇਰ ਲੈਂਦਾ। ਜਿਵੇਂ ਸਤਿਗੁਰੂ ਕਹਿੰਦੇ ਆ ਸਾਡੇ ਇੱਥੇ ਵੀ ਇਹ ਤਾਂ ਜੀ ਸਤਿਗੁਰੂ ਨੇ। ਫਿਰ ਹਾਲ ਦੇਖ ਲਓ ਸਾਡੇ ਇੱਥੇ ਸੰਸਾਰ ਸਤਿਗੁਰੂਆਂ ਦਾ ਵੀ ਕੀ ਹੈ। ਫਿਰ ਰੀਸਾਂ ਪਾਤਸ਼ਾਹੀਆਂ ਦੀਆਂ ਕਰਨੀਆਂ, ਨਹੀਂ ਜੀਵਨ ਬਣਦਾ, ਗੱਲੀ ਯੋਗ ਨਾ ਹੋਈ। ਸੋ ਇਹਨਾਂ ਨੂੰ ਫਿਰ ਭਰਮ ਘੇਰ ਲੈਂਦਾ। ਉਹਨਾਂ ਸੰਗੀ ਸਾਥੀਆਂ ਦੀਆਂ ਕਈਆਂ ਹੋਈਆਂ ਗੱਲਾਂ ਇਹਨਾਂ ਨੂੰ ਵੀ ਲੱਗਣ ਲੱਗ ਜਾਂਦੀਆਂ ਵੀ ਸ਼ਾਇਦ ਗੱਲ ਹੈ। ਤੇ ਰਜੋ ਤਮੋ ਸਤੋ ਗੁਣ ਜਿਹੜੇ ਤਿਆਗੇ ਹੁੰਦੇ ਨੇ ਪਹਿਲਾਂ, ਉਹ ਫਿਰ ਇਕੱਠੇ ਹੋ ਜਾਂਦੇ ਆ। ਫਿਰ ਹੌਲੀ ਹੌਲੀ ਇਹ ਧਾਰਮਿਕ ਲੋਕ ਜੋ ਸੰਸਾਰੀ ਪ੍ਰਕਿਰਿਆਵਾਂ ਨੇ ਉਹਨਾਂ ਦੇ ਵਿੱਚ ਆਪ ਆ ਜਾਂਦੇ। ਜਿਹੜੀਆਂ ਚੀਜ਼ਾਂ ਕਿਸੇ ਵੇਲੇ ਛੱਡ ਕੇ ਗਏ ਹੁੰਦੇ ਨੇ, ਉਹ ਦੁਬਾਰਾ ਫਿਰ ਫੜ ਲੈਂਦੇ। ਜਿਹੜੀਆਂ ਚੀਜ਼ਾਂ ਦਾ ਉਹਨਾਂ ਨੇ ਤਿਆਗ ਕੀਤਾ ਹੁੰਦਾ ਕਿਸੇ ਹੱਦ ਤੱਕ, ਉਹ ਦੁਬਾਰਾ ਫਿਰ ਉਹਨਾਂ ਨੂੰ ਘੇਰ ਲੈਂਦੇ। ਉਹ ਆਪਣੇ ਸੰਗੀ ਸਾਥੀਆਂ ਦੇ ਪ੍ਰਭਾਵ ਹੇਠ ਵੀ ਆ ਜਾਂਦੇ। ਉਹਨਾਂ ਨੂੰ ਖੁਸ਼ ਕਰਨ ਵਾਸਤੇ ਵੀ ਉਹਨਾਂ ਦੀਆਂ ਗੱਲਾਂ ਨੂੰ ਮੰਨਣ ਲੱਗ ਜਾਂਦੇ। ਸੋ ਪਰ ਜਿਹੜਾ ਗੁਰਮੁਖ ਹੈ, ਉਹ ਕਿਸੇ ਨੂੰ ਨਾ ਭੈ ਦਿੰਦਾ, ਨਾ ਉਹ ਕਿਸੇ ਦੇ ਭੈ ਰੱਖਦਾ, ਤੇ ਨਾ ਉਹ ਕਿਸੇ ਦਾ ਭੈ ਲੈਂਦਾ। ਉਹ ਹਰ ਇੱਕ ਗੱਲ ਸਪਸ਼ਟ ਕਹਿੰਦਾ। ਇਸੇ ਕਰਕੇ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਹੁੰਦਾ, ਮਿਲਾਪ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਆਸ ਵਿੱਚ ਨਹੀਂ ਬਣਦੀ। ਭਗਤ ਕਹਿੰਦਾ ਵੀ ਸੱਚ ਹੈ, ਆਹ ਚੀਜ਼ ਹੈ। ਉਹ ਕਹਿੰਦਾ ਵੀ ਜੀ ਇੰਨਾ ਸੱਚ ਬੋਲਣਾ ਵੀ ਬਹੁਤ ਔਖਾ ਹੈ, ਸੰਸਾਰ ਹੈ, ਫਿਰ ਪਰਿਵਾਰ ਨੇ, ਬੱਚੇ ਨੇ, ਕੀ ਕਰਾਂਗੇ। ਉਹ ਕਹਿੰਦੇ ਵੀ ਨਹੀਂ, ਫਿਰ ਤੂੰ ਆਪਣਾ ਰਸਤਾ ਹੋਰ ਰੱਖ, ਸਾਡਾ ਰਸਤਾ ਹੋਰ ਹੈ। ਇਹ ਤ੍ਰੈ ਗੁਣ ਮੇਟਾ ਖਾਈਐ ਸਾਰ ਵਾਲਿਆਂ ਦੀ ਗੱਲ ਹੈ ਕਿ ਜਿਨ੍ਹਾਂ ਨੇ ਤਿੰਨੇ ਗੁਣ ਛੱਡੇ ਨੇ ਮਾਇਆ ਵਾਲੇ, ਨਿਰਾਕਾਰੀ ਗੁਣ ਨੇ ਜਿਹੜੇ ਉਹ ਧਾਰਨ ਕੀਤੇ ਆ, ਸਾਰ ਤੱਤ ਹੁਕਮ, ਉਹ ਸਾਰੇ ਸੰਸਾਰ ਨੂੰ ਨਹੀਂ ਮੰਨਦੇ। ਇੱਕ ਪਾਸੇ ਸਾਰਾ ਸੰਸਾਰ ਹੁੰਦਾ, ਇੱਕ ਪਾਸੇ ਭਗਤ ਖੜ ਜਾਂਦਾ।
ਸੋ ਇੱਕ ਉਦਾਹਰਣ ਹੈ, ਉਹ ਕਹਿੰਦੇ ਵੀ ਜਿਵੇਂ ਇੱਕ ਵਿਅਕਤੀ ਨੇ ਸਾਰਾ ਕੁਝ ਤਿਆਗ ਕੇ ਜੰਗਲ ਵਿੱਚ ਇੱਕ ਕੱਖਾਂ ਦੀ ਝੁੱਗੀ ਬਣਾ ਲਈ ਤੇ ਉਹ ਭਗਤੀ ਕਰਨ ਲੱਗ ਗਿਆ ਤੇ ਕਾਫੀ ਸਮਾਂ ਬੀਤ ਗਿਆ ਉਸ ਨੂੰ ਭਗਤੀ ਕਰਦੇ ਨੂੰ, ਤੇ ਉਹਦੇ ਮਨ ਵਿੱਚ ਭਰਮ ਵੱਧ ਗਿਆ। ਜਿਹਨੂੰ ਉਹ ਭਗਤੀ ਮੰਨਦਾ ਸੀ ਅਸਲ ਵਿੱਚ ਉਹ ਭਰਮ ਹੀ ਸੀ ਕਿ ਮੈਨੂੰ ਤਾਂ ਬਹੁਤ ਸਮਾਂ ਹੋ ਗਿਆ ਭਗਤੀ ਕਰਦੇ ਨੂੰ ਤੇ ਮੈਂ ਤਾਂ ਸਾਰਾ ਕੁਝ ਹੀ ਛੱਡ ਦਿੱਤਾ, ਮੈਂ ਤਾਂ ਤਿਆਗੀਓ ਬਹੁਤ ਵੱਡਾ ਹੈ। ਸੋ ਮਨ ਦੇ ਅੰਦਰ ਬੜੀਆਂ ਘਾੜਤਾਂ ਘਟਦਾ ਰਿਹਾ। ਸੋ ਇੱਕ ਦਿਨ ਕੀ ਹੋਇਆ ਕਿ ਉਹ ਉਸ ਝੁੱਗੀ ਤੋਂ ਬਾਹਰ ਜਦੋਂ ਨਿਕਲਿਆ ਤਾਂ ਕੀ ਵੇਖਦਾ ਵੀ ਇੱਕ ਸੂਰਜ ਦੀ ਕਿਰਨ ਜਦੋਂ ਪਈ ਉਹਦੇ ਨਾਲ ਉਹਨੂੰ ਇੱਕ ਚਮਕਦੀ ਵਸਤੂ ਦਿਖੀ। ਉਹ ਬੜਾ ਹੈਰਾਨ ਹੋਇਆ ਤੇ ਵੇਖਣ ਲੱਗ ਗਿਆ ਕਿ ਕੀ ਹੈ। ਤੇ ਜਦੋਂ ਤੁਰ ਕੇ ਉਸ ਵਸਤੂ ਦੇ ਕੋਲ ਗਿਆ ਤਾਂ ਜਾ ਕੇ ਕੀ ਵੇਖਦਾ, ਇੱਕ ਘਾਹ ਦਾ ਕਿਣਕਾ ਇੰਨਾ ਸੁੰਦਰ, ਤੇ ਉਹ ਹੈਰਾਨ ਰਹਿ ਗਿਆ। ਉਸ ਘਾਹ ਦੇ ਤਿਣਕੇ ਦੇ ਉੱਪਰ ਪੈਂਦੀ ਧੁੱਪ ਨੇ ਉਹਦਾ ਮਨ ਮੋਹ ਲਿਆ ਤੇ ਉਸ ਤਿਣਕੇ ਨੂੰ ਲੈ ਕੇ ਝੁੱਗੀ ਵਿੱਚ ਆ ਗਿਆ ਤੇ ਉੱਪਰ ਛੱਤ ਦੇ ਵਿੱਚ ਉਹਨੇ ਟੰਗ ਦਿੱਤਾ ਤੇ ਆਪ ਉਹ ਜਿਹੜੀ ਭਗਤੀ ਕਰਦਾ ਸੀ ਉਹ ਭਗਤੀ ਕਰਨ ਲੱਗ ਪਿਆ। ਤੇ ਕੁਝ ਸਮੇਂ ਬਾਅਦ ਉਹਨੂੰ ਇੱਕ ਕੁਤਰਨ ਦੀ ਆਵਾਜ਼ ਸੁਣੀ। ਉਹ ਸੁਣਦਾ ਤਾਂ ਹੁਣ ਅੱਗੇ ਵੀ ਸੀ ਕਿਉਂਕਿ ਝੁੱਗੀ ਦੇ ਵਿੱਚ ਚੂਹੇ ਤਾਂ ਰਹਿੰਦੇ ਹੀ ਸੀਗੇ, ਪਰ ਅੱਗੇ ਉਹਦਾ ਧਿਆਨ ਨਹੀਂ ਸੀ ਜਾਂਦਾ ਉਹਨਾਂ ਗੱਲਾਂ ਵੱਲ। ਤੇ ਫਿਰ ਉਹਦੇ ਮਨ ਵਿੱਚ ਆਇਆ ਵੀ ਚੂਹਾ ਹੋਵੇਗਾ, ਤੇ ਫਿਰ ਉਹਨੇ ਅੱਖ ਖੋਲ੍ਹੀ, ਉਹਨੇ ਵੇਖਿਆ ਵੀ ਵਾਕਈ ਚੂਹਾ ਫਿਰਦਾ ਤੇ ਉਹਨੇ ਉਹ ਘਾਹ ਦਾ ਜਿਹੜਾ ਤਿਣਕਾ ਸੀ ਛੱਤ ਚੋਂ ਲਾ ਲਿਆ ਵੀ ਕਿਤੇ ਚੂਹਾ ਤਿਣਕਾ ਹੀ ਨਾ ਖਾ ਜਾਵੇ। ਉਹਨੇ ਉਹ ਤਿਣਕੇ ਨੂੰ ਚੱਕ ਕੇ ਆਪਣੇ ਬੋਝੇ ਵਿੱਚ ਪਾ ਲਿਆ, ਫਿਰ ਭਗਤੀ ਕਰਨ ਲੱਗਿਆ ਤੇ ਫਿਰ ਖੜਕਾ ਜ਼ਿਆਦਾ ਸੁਣਨ ਲੱਗਿਆ ਤੇ ਉਹਨੇ ਅੱਖ ਫੇਰ ਖੋਲ੍ਹੀ ਤੇ ਉੱਥੇ ਹੋਰ ਵੀ ਕਈ ਚੂਹੇ ਫਿਰਦੇ ਦਿਸੇ। ਤੇ ਫਿਰ ਮਨ ਵਿੱਚ ਆਇਆ ਕਿ ਮਨਾ ਕਿਤੇ ਚੂਹੇ ਟੁੱਕੀ ਨਾ ਦੇਣ, ਤੇ ਵਿੱਚ ਮੈਂ ਟੱਕਾ ਪਾਇਆ ਕਿਤੇ ਫੇਰ ਨਾ ਇਹ ਟੁੱਕ ਦੇਣਾ। ਸੋ ਉਹਨੇ ਉਹ ਤਿਣਕਾ ਕੱਢ ਕੇ ਜੀ ਆਪਣੇ ਹੱਥ 'ਚ ਹੀ ਫੜ ਲਿਆ ਤੇ ਭਗਤੀ ਕਰਨ ਲੱਗ ਗਿਆ। ਭਗਤੀ ਕਰੀ ਜਾਂਦਾ ਬੈਠਾ ਤੇ ਫਿਰ ਉਹਨੇ ਇੱਕ ਆਵਾਜ਼ ਸੁਣੀ, ਕਹਿੰਦੇ ਵਾਹ ਉਹ ਭਗਤਾ, ਇੰਨਾ ਕੁਝ ਛੱਡ ਕੇ ਭਗਤੀ ਕਰਨ ਲੱਗਿਆ ਹੋਇਆ ਤਾਂ ਇੱਕ ਆ ਘਾਹ ਦੇ ਤਿਣਕੇ ਤੇ ਡੋਲ ਗਿਆ। ਅਸਲ ਵਿੱਚ ਤੂੰ ਭਗਤੀ ਲਈ ਕੁਝ ਤਿਆਗੇ ਹੀ ਨਹੀਂ ਸੀ, ਸਗੋਂ ਬਹੁਤ ਕੁਝ ਇਕੱਠਾ ਕਰਨ ਲਈ ਥੋੜਾ ਕੁਝ ਚਲਾਕੀ ਨਾਲ ਛੱਡਿਆ ਸੀ। ਹੁਣ ਪਰਮੇਸ਼ਰ ਦਾ ਸਭ ਕੁਝ ਜਾਣਦਾ ਹੈ। ਉਹ ਕਹਿੰਦਾ ਵੀ ਜਿਹਨੂੰ ਭਗਤੀ ਮੰਨਦਾ ਹੈ ਅਸਲ ਵਿੱਚ ਭਗਤੀ ਨਹੀਂ ਸੀ। ਤੇਰੇ ਅੰਦਰ ਇੱਛਾ ਸੀ ਵੀ ਮੈਂ ਸੰਸਾਰ ਦਾ ਬਹੁਤ ਕੁਝ ਇਕੱਠਾ ਕਰ ਲਵਾਂ, ਵੀ ਥੋੜੀ ਚੀਜ਼ ਛੱਡ ਕੇ ਬਹੁਤਾ ਕਰ ਲਵਾਂ। ਜਿਵੇਂ ਗੁਰਬਾਣੀ 'ਚ ਪਾਤਸ਼ਾਹ ਕਹਿੰਦੇ ਆ, ਦੇ ਮੰਗੈ ਸੈਸਾ ਗੂਣਾ ਸੋਭ ਕਰੇ ਸੰਸਾਰ। ਜਿਹਨੂੰ ਅਸੀਂ ਸਾਡੀ ਭਾਸ਼ਾ 'ਚ ਦਾਨ ਸ਼ਬਦ ਕਹਿੰਦੇ ਵੀ ਅਸੀਂ ਦਾਨ ਕਰਦੇ ਹਾਂ, ਉਹ ਅਸੀਂ ਦਾਨ ਨਹੀਂ ਕਰਦੇ, ਉਹ ਅਸੀਂ ਅਗਲੇ ਤੇ ਅਹਿਸਾਨ ਕਰਦੇ ਹਾਂ। ਕਿਉਂਕਿ ਸੰਸਾਰ 'ਚ ਦਾਨ ਤਾਂ ਹੋ ਹੀ ਨਹੀਂ ਸਕਦਾ। ਦਾਨ ਤਾਂ ਪਰਮੇਸ਼ਰ ਦੇ ਸਕਦਾ, ਵਿਅਕਤੀ ਤਾਂ ਦੇ ਨਹੀਂ ਸਕਦਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦੇ ਟੋਟ ਨਾ ਆਵੇ ਅਗਨਤ ਭਰੇ ਭੰਡਾਰ। ਦੁੱਖ ਤਾਂ ਉਦੋਂ ਲੱਗਦਾ ਜਦੋਂ ਇੱਥੇ ਸੰਸਾਰੀ ਸੰਤ ਕਹਿੰਦੇ ਆ ਵੀ ਭਾਈ ਦਾਨ ਦਿਓ, ਤਾਂ ਉੱਥੋਂ ਪਤਾ ਲੱਗ ਜਾਂਦਾ ਵੀ ਇਹ ਸੰਸਾਰੀ ਸੰਤ ਨੇ, ਨਿਰਾਕਾਰੀ ਨਹੀਂ ਹੈ। ਕਿਉਂਕਿ ਜਿਹੜਾ ਨਿਰਾਕਾਰੀ ਸੰਤ ਆ ਉਹਨੂੰ ਤਾਂ ਪਤਾ ਵੀ ਦਾਨ ਤਾਂ ਕੋਈ ਦੇ ਹੀ ਨਹੀਂ ਸਕਦਾ, ਜਦੋਂ ਸਾਰੇ ਤਾਂ ਭਿਖਾਰੀ ਨੇ। ਦਾਤਾ ਦਾ ਪਰਮੇਸ਼ਰ ਹੈ। ਤੇ ਇਹ ਤਾਂ ਜਿਹੜਾ ਸੰਤ ਇਹਨੂੰ ਕੋਈ ਲੱਖ 2 ਲੱਖ ਰੁਪਇਆ ਦੇ ਦਿੰਦਾ, ਇਹ ਤਾਂ ਉਹਦੀ ਉਹ ਵਡਿਆਈ ਕਰੀ ਜਾਂਦਾ ਸੰਤ ਵੀ। ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ। ਕਬੀਰ ਸਾਹਿਬ ਜੀ ਨੇ ਵਚਨ ਲਿਖਿਆ, ਕਹਿਬੇ ਮਾਹੇ ਵਿਵੇਕ, ਕਿ ਇਹਨਾਂ ਜਿਹੜੇ ਸੰਸਾਰੀ ਸੰਤ ਨੇ ਇਹਨਾਂ ਦੇ ਬੋਲਣ ਤੋਂ ਪਤਾ ਲੱਗ ਜਾਂਦਾ ਕਿ ਵਾਕਈ ਇਹ ਪਰਮਾਰਥ ਹੈ ਵੀ ਇਹਨਾਂ ਕੋਲ ਕਿ ਨਹੀਂ ਹੈ। ਐਵੇਂ ਨਹੀਂ ਸੀ ਪਰਖਿਆ ਪਾਤਸ਼ਾਹੀਆਂ ਨੇ, ਐਵੇਂ ਨਹੀਂ ਸੀ ਪੰਡਤਾਂ ਜੋਗੀਆਂ ਨੂੰ ਫੜਿਆ ਸੀ ਜਾ ਕੇ, ਉਹਨਾਂ ਨੇ ਵਿਚਾਰ ਕੀਤੀ। ਜਦੋਂ ਵਿਚਾਰ ਤੇ ਪਤਾ ਲੱਗਿਆ ਵੀ ਇਹਨਾਂ ਦਾ ਕਿੱਥੇ ਕੁ ਤੱਕ ਮਾਨ ਸਕਦਾ।
ਕਹਿੰਦੇ ਵੀ ਤੂੰ ਤਾਂ ਬਹੁਤ ਕੁਝ ਆਪਣੇ ਆਪ ਨੂੰ ਛੱਡ ਕੇ ਬੈਠਾ ਸੀ, ਛੱਡਿਆ ਤੂੰ ਕੁਝ ਵੀ ਨਹੀਂ ਹੈ। ਤੂੰ ਤਾਂ ਇੱਕ ਘਾਹ ਦੇ ਤਿਣਕੇ ਤੇ ਡੋਲ ਗਿਆ, ਤੂੰ ਤਾਂ ਇੱਕ ਮਾੜੀ ਜਿਹੀ ਗੱਲ ਤੇ ਨਾਰਾਜ਼ਗੀ ਪ੍ਰਗਟ ਕਰ ਲੈਣਾ। ਇੰਨਾ ਕੁਛ ਤੇਰੇ ਲਈ ਪਰਮੇਸ਼ਰ ਨੇ ਦਿੱਤਾ ਹੋਇਆ, ਉਹ ਤੂੰ ਛੱਡਤਾ। ਸੋ ਇਹ ਅਸੰਖ ਭਗਤ ਨੇ, ਇਹ ਗੁਣਾਂ ਦੀ ਵਿਚਾਰ ਜ਼ਰੂਰ ਕਰਦੇ ਆ, ਪਰ ਮਾਇਆ ਦੇ ਗੁਣਾਂ ਦੇ। ਤਾਂ ਹੀ ਤਾਂ ਗੁਰਬਾਣੀ ਇਹਨਾਂ ਗੱਲਾਂ ਤੋਂ ਸਾਨੂੰ ਰੋਕਦੀ ਹੈ। ਤਾਂ ਹੀ ਗੁਰਬਾਣੀ ਮਨਾ ਇਹਨਾਂ ਸਤੋ ਗੁਣੀ ਪੁਰਸ਼ਾਂ ਤੋਂ ਸੁਚੇਤ ਕਰਦੀ ਹੈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਦਰਗਾਹ ਵਿੱਚ ਕੱਚੇ ਨੇ, ਕੱਚੇ ਤਾਂ ਇੱਥੇ ਵੀ ਨੇ ਭਗਤਾਂ ਦੀ ਨਜ਼ਰ ਵਿੱਚ। ਤਾਂ ਹੀ ਭਗਤ ਇਹਨਾਂ ਨੂੰ ਸਮਝਾਉਂਦੇ ਰਹਿੰਦੇ ਸੀ, ਜਿਹੜੇ ਸੰਸਾਰੀ ਧਾਰਮਿਕ ਲੋਕ ਸੀ। ਤਾਂ ਹੀ ਪਾਤਸ਼ਾਹੀਆਂ ਨੇ ਉਹਨਾਂ ਨੂੰ ਜਾ ਜਾ ਕੇ ਉਹਨਾਂ ਵਿਚਾਰਾਂ ਕੀਤੀਆਂ ਨੇ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਹਾਡੇ ਮਗਰ ਲੱਖਾਂ ਲੋਕ ਲੱਗੇ ਹੋਏ ਨੇ, ਤੁਸੀਂ ਉਹਨਾਂ ਲੋਕਾਂ ਦਾ ਰਸਤਾ ਖਰਾਬ ਕਰਦੇ ਹੋ, ਨਾ ਕਰੋ। ਤੁਸੀਂ ਉਹਨਾਂ ਨੂੰ ਸੱਚ ਦੱਸੋ ਵੀ ਭਾਈ ਗੱਲ ਆ ਹੈ, ਤੁਸੀਂ ਤਾਂ ਇੱਥੇ ਵੀ ਕੱਚੇ ਹੋ ਤੇ ਫਿਰ ਦਰਗਾਹ ਦੇ ਵਿੱਚ ਵੀ ਜਾ ਕੇ ਕੱਚੀ ਰਹਿ ਜਾਓਗੇ। ਪਰ ਆਮ ਲੋਕਾਂ ਨੂੰ ਉਹ ਰੱਬ ਲੱਗਦੇ ਹੈ। ਇਹ ਗੱਲ ਠੀਕ ਹੈ ਕਿ ਆਮ ਲੋਕਾਂ ਦੀ ਦ੍ਰਿਸ਼ਟੀ ਦੇ ਵਿੱਚ ਉਹ ਰੱਬ ਹੀ ਹੈ। ਉਹ ਕਹਿੰਦੇ ਨਹੀਂ ਜੀ, ਸਾਡੀ ਭਾਵਨਾ ਸਾਡੇ ਲਈ ਤਾਂ ਰੱਬ ਹੈ, ਕਿਸੇ ਲਈ ਭਾਵੇਂ ਕੁਛ ਵੀ ਹੋਵੇ। ਪਰ ਉਹ ਲੋਕ ਇਹ ਨਹੀਂ ਦੇਖਦੇ ਵੀ ਜਿਹੜਾ ਰੱਬ ਤੂੰ ਉਹਨੂੰ ਰੱਬ ਕਹਿ ਰਿਹਾ, ਫਿਰ ਤੂੰ ਕੀ ਹੈ, ਤੂੰ ਦੱਸ ਕੀ ਹੈ। ਪਾਤਸ਼ਾਹ ਇਹੀ ਗੱਲ ਕਹਿੰਦੇ ਸੀ ਪੰਡਤ ਨੂੰ ਵੀ ਤੂੰ ਤਾਂ ਗੁਰੂ ਕਹਾਉਣਾ। ਕਬੀਰ ਸਾਹਿਬ ਨੇ ਇਹੀ ਗੱਲ ਕਹੀ ਕਿ ਬਾਹਮਣ ਗੁਰੂ ਹੈ ਜਗਤ ਕਾ। ਉਹ ਕਹਿੰਦੇ ਤੂੰ ਤਾਂ ਚੱਲ ਗੁਰੂ ਬਣ ਗਿਆ ਜਗਤ ਦਾ, ਤੇ ਜਗਤ ਨੂੰ ਕੀ ਮੰਨਦਾ? ਫਿਰ ਜਗਤ ਨੂੰ ਸੇਵਕ ਹੀ ਮੰਨੇਗਾ ਨਾ। ਤੇ ਜੇ ਤੂੰ ਜਗਤ ਨੂੰ ਸੇਵਕ ਮੰਨਦਾ, ਤੂੰ ਆਪਣੇ ਆਪ ਨੂੰ ਗੁਰੂ ਮੰਨਦਾ, ਤੂੰ ਤਾਂ ਇੱਕ ਦਿਨ ਸਰੀਰ ਛੱਡ ਕੇ ਚਲੇ ਜਾਣਾ। ਫਿਰ ਤੇਰੇ ਤੋਂ ਬਾਅਦ ਦੱਸ ਕੌਣ ਇਹਦੀ ਜ਼ਿੰਮੇਵਾਰੀ ਚੁੱਕੂ? ਫਿਰ ਤੂੰ ਕਿਸੇ ਹੋਰ ਦਾ ਨਾਂ ਲੈ ਦੇਗਾ ਵੀ ਮੇਰੇ ਤੋਂ ਬਾਅਦ ਇਹ ਗੁਰੂ ਹੈ, ਫਿਰ ਲੋਕ ਉਹਦੇ ਨਾਲ ਜੁੜੇ ਰਹਿਣਗੇ। ਫਿਰ ਅਸਲੀ ਗੁਰੂ ਤਾਂ ਖਤਮ ਹੀ ਕਰਤਾ ਤੁਸੀਂ। ਭਗਤਨ ਕਾ ਗੁਰ ਨਾ ਹੈ। ਭਗਤ ਕਹਿੰਦੇ ਆ ਤੂੰ, ਅਸੀਂ ਤੈਨੂੰ ਗੁਰੂ ਤਾਂ ਗੁਰੂ, ਤੂੰ ਤੇਰੇ ਕੋਲ ਤਾਂ ਗੁਰ ਵੀ ਹੈ ਨਹੀਂ, ਤੇਰੇ ਕੋਲ ਤਾਂ ਗਿਆਨ ਵੀ ਹੈ ਨਹੀਂ, ਤੇਰੇ ਕੋਲ ਤਾਂ ਸੋਝੀ ਵੀ ਹੈ ਨਹੀਂ। ਜੇ ਤੇਰੇ ਕੋਲ ਮਾੜੀ ਮੋਟੀ ਸੋਝੀ ਹੁੰਦੀ ਸ਼ਾਇਦ ਤੈਨੂੰ ਅਸੀਂ ਗੁਰ ਵੀ ਮੰਨ ਲੈਂਦੇ। ਗੁਰੂ ਤਾਂ ਇੱਕ ਵੱਖਰੀ ਗੱਲ। ਤਾਂ ਨਹੀਂ ਸੀ ਭਗਤਾਂ ਨੇ ਸੰਸਾਰ 'ਚ ਕਿਸੇ ਵਿਅਕਤੀ ਨੂੰ ਗੁਰੂ ਕਿਹਾ, ਕਿਉਂਕਿ ਸੰਸਾਰ 'ਚ ਵਿਅਕਤੀ ਗੁਰੂ ਹੁੰਦਾ ਹੀ ਨਹੀਂ ਹੈ। ਗੁਰੂ ਉਹ ਹੁੰਦਾ ਜਿਹੜਾ 84 ਲੱਖ ਜੂਨ ਨੂੰ ਸੋਝੀ ਦੇਵੇ। ਵਿਅਕਤੀ ਕਿਸੇ ਨੂੰ ਨਹੀਂ ਦੇ ਸਕਦਾ, ਬੰਦੇ ਨੂੰ ਨਹੀਂ ਪੂਰੀ ਸੋਝੀ ਕਰਾ ਸਕਦਾ। ਵਿਅਕਤੀ ਹਮੇਸ਼ਾ ਹੀ ਦਾਸ ਹੁੰਦਾ ਹੈ, ਸੇਵਕ ਹੁੰਦਾ ਹੈ। ਪਾਤਸ਼ਾਹੀਆਂ ਨੇ ਆਪਣੇ ਆਪ ਨੂੰ ਸੇਵਕ ਮੰਨਿਆ, ਤਾਂ ਹੀ ਇਹਨਾਂ ਨੂੰ ਪਾਤਸ਼ਾਹੀ ਮਿਲੀ ਹੈ। ਨਾਨਕ ਪਾਤਸ਼ਾਹੀ ਪਾਤਸ਼ਾਹ। ਨਾਨਕ ਜੀ ਕਹਿੰਦੇ ਮੇਰੇ ਕੋਲ ਪਾਤਸ਼ਾਹੀ ਹੈ, ਮੈਨੂੰ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ। ਪਾਤਸ਼ਾਹ ਹੁਕਮ, ਹੁਕਮ ਨੇ ਪਰਮਿਸ਼ਨ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੂੰ ਵੀ ਤੂੰ ਮੇਰੀ ਗੱਲ ਕਹਿ ਲੋਕਾਂ 'ਚ। ਪਰਮੇਸ਼ਰ ਵੱਲੋਂ ਆਰਡਰ ਆਇਆ ਵੀ ਤੁਸੀਂ ਸਾਡੀ ਗੱਲ ਨੂੰ ਲੋਕਾਂ ਨੂੰ ਦੱਸੋ। ਉਹਨਾਂ ਨੇ ਦੱਸੀ ਹੈ, ਇਮਾਨਦਾਰੀ ਨਾਲ ਦੱਸੀ ਹੈ, ਆਪਣੇ ਆਪ ਨੂੰ ਕੁਛ ਨਹੀਂ ਖਾਇਆ, ਸੇਵਕ ਬਣ ਕੇ ਰਹੇ। ਪਰ ਆਮ ਲੋਕਾਂ ਦੀ ਦ੍ਰਿਸ਼ਟੀ ਵਿੱਚ ਉਹ ਰੱਬ ਹੀ ਹੁੰਦੇ ਨੇ, ਪਰ ਭਗਤਾਂ ਦੀ ਦ੍ਰਿਸ਼ਟੀ ਵਿੱਚ ਨਹੀਂ ਹੁੰਦੇ। ਸੋ ਅਸਲੀ ਭਗਤ ਵੀ ਗੁਣ ਗਿਆਨ ਵਿਚਾਰ ਕਰਦਾ ਹੈ। ਉਹਨਾਂ ਦੇ ਕਿਹੜੇ ਗੁਣ ਨੇ, ਕਿਹੜੇ ਗੁਣਾਂ ਦੀ ਵਿਚਾਰ ਕਰਦੇ ਆ? ਉਹ ਕਰਦੇ ਆ ਇੱਕ ਹੋਣ ਵਾਸਤੇ। ਇੱਕ ਹੋਣ ਵਾਸਤੇ ਇਹਨਾਂ ਗੁਣਾਂ ਦੀ ਵਿਚਾਰ ਕਰਦੇ ਆ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਹ 8 ਗੁਣ ਧਾਰਨ ਕਰਨੇ ਪੈਂਦੇ। ਇਹਨਾਂ 8 ਗੁਣਾਂ ਨੂੰ ਧਾਰਨ ਕਰਕੇ ਉਹ ਇੱਕ ਹੋ ਜਾਂਦੇ ਆ। ਇੱਕ ਤਾਂ ਫਿਰ ਇੱਕ ਹੀ ਹੁੰਦਾ ਹੈ। ਸੋ ਇਹ ਇੱਕ ਦੇ 8 ਗੁਣ ਨੇ, ਇਹਨਾਂ ਦੀ ਉਹ ਵਿਚਾਰ ਕਰਦੇ ਆ। ਗੁਰਪ੍ਰਸਾਦ ਦੁਆਰਾ ਕੀਤੀ ਜਾਂਦੀ ਹੈ। ਗੁਰਪ੍ਰਸਾਦ ਸਾਡੇ ਕੋਲ ਹੈਗੀ ਹੈ, ਗੁਰਬਾਣੀ ਹੈ। ਇਹ ਭਗਤ ਸੰਸਾਰ ਤੋਂ ਵੱਖਰੇ ਹੁੰਦੇ ਆ। ਤਾਂ ਹੀ ਗੁਰਬਾਣੀ 'ਚ ਬਚਨ ਆਇਆ ਨਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰਾਮਕਲੀ ਰਾਗ ਦੇ ਅੰਦਰ ਵੀ ਗੁਰੂ ਨਾਨਕ ਸਾਹਿਬ ਆਪ ਹੀ ਆਖਦੇ ਆ, ਰਾਮਕਲੀ ਦੱਖਣੀ ਮਹੱਲਾ ਪਹਿਲਾ, ਗੁਣ ਵਿਚਾਰੇ ਗਿਆਨੀ ਸੋਏ। ਕਹਿੰਦੇ ਜਿਹੜਾ ਗੁਣਾਂ ਦੀ ਵਿਚਾਰ ਕਰਦਾ ਉਹ ਗਿਆਨੀ ਹੈ। ਗੁਣ ਮਹਿ ਗਿਆਨ ਪ੍ਰਾਪਤ ਹੋਏ। ਉਹਨਾਂ ਗੁਣਾਂ ਦੇ ਵਿੱਚੋਂ ਗਿਆਨ ਪ੍ਰਾਪਤ ਹੁੰਦਾ।
ਗੁਣ ਦਾਤਾ ਬਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਸੋ ਇਹ ਨੇ ਗੁਣ। ਹੇ ਮੇਰੇ ਮਨਾ, ਇਹਨਾਂ ਗੁਣਾਂ ਨੂੰ ਧਾਰਨ ਕਰਨਾ ਪਊਗਾ ਜੇ ਤੂੰ ਇਸ ਭਵ ਸਾਗਰ ਵਿੱਚੋਂ ਨਿਕਲਣਾ। ਜੇ ਤੂੰ ਭਵ ਸਾਗਰ ਦੇ ਅੰਦਰ ਹੀ ਰਹਿਣਾ, ਫਿਰ ਭਾਈ ਹੈਗਾ ਹੀ ਹੈਗਾ ਅਸੰਖ ਭਗਤ ਗੁਣ ਗਿਆਨ ਵਿਚਾਰ ਵੇ। ਤੂੰ ਦੂਜੇ ਗੁਣਾਂ ਦੀ ਵਿਚਾਰ ਕਰੀ ਚੱਲ ਜਿਨ੍ਹਾਂ ਨੂੰ ਸੰਸਾਰ ਗੁਣ ਮੰਨਦਾ ਹੈ। ਦਰਗਾਹ ਦੇ ਅੰਦਰ ਇਹਨਾਂ ਨੂੰ ਔਗਣ ਮੰਨਿਆ ਗਿਆ, ਸੰਸਾਰ ਦੇ ਅੰਦਰ ਇਹ ਗੁਣ ਨੇ। ਜੇ ਤਾਂ ਤੂੰ ਸੰਸਾਰ 'ਚ ਰਹਿਣਾ ਤਾਂ ਇਹਨਾਂ ਨੂੰ ਮੰਨ ਲੈ, ਤੇ ਜੇ ਸੰਸਾਰ 'ਚੋਂ ਨਿਕਲ ਕੇ ਨਿਰਾਕਾਰ ਦੇ ਦੇਸ਼ ਵਿੱਚ ਜਾਣਾ, ਸੱਚਖੰਡ ਪਹੁੰਚਣਾ, ਫਿਰ ਭਾਈ ਜਿਹੜਾ ਉੱਥੋਂ ਦਾ ਕਾਨੂੰਨ ਹੈ ਜੋ ਗੁਰਬਾਣੀ 'ਚ ਪਾਤਸ਼ਾਹ ਨੇ ਲਿਖਿਆ ਉਹਨੂੰ ਮੰਨ ਲੈ, ਤਾਂ ਫਿਰ ਤੂੰ ਉੱਥੇ ਚਲੇ ਜਾਵੇਂਗਾ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤੀ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।